ਭਾਈ ਮੇਵਾ ਸਿੰਘ। ਭਾਈ ਮੇਵਾ ਸਿੰਘ ਉਹ ਮਝੈਲ ਸੂਰਮਾ ਸੀ ਜਿਸ ਨੇ ਕੈਨੇਡਾ ਵਿੱਚ ਗਦਰ ਲਹਿਰ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਲਹਿਰ ਦੇ ਵਿਰੋਧੀ ਬਦਨਾਮ ਅੰਗਰੇਜ਼ ਪੁਲਿਸ ਅਫਸਰ ਹਾਪਕ ਨਸਨ ਨੂੰ ਕਚਹਿਰੀ ਜਾਂਦਿਆਂ ਗੋਲੀ ਮਾਰ ਕੇ ਇਹ ਸਾਬਤ ਕਰ ਦਿੱਤਾ ਕਿ ਸਿੰਘ ਧੱਕੇ ਅੱਗੇ ਝੁਕਣਾ ਨਹੀਂ ਜਾਣਦੇ, ਸਗੋਂ ਜ਼ਾਲਮਾਂ ਦਾ ਨਾਸ਼ ਕਰਨ ਲਈ ਸਦਾ ਤਤਪਰ ਰਹਿੰਦੇ ਹਨ ਤੇ ਦੇਸ਼ ਭਗਤੀ ਵਿੱਚ ਉਹ ਕਿਸੇ ਤੋਂ ਪਿੱਛੇ ਨਹੀਂ। ਭਾਈ ਮੇਵਾ ਸਿੰਘ ਪਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ। ਜ਼ਮੀਨ ਘੱਟ ਹੋਣ ਕਰਕੇ ਉਸ ਸਮੇਂ ਕੈਨੇਡਾ ਚਲੇ ਗਏ। ਜਦੋਂ ਕੈਨੇਡਾ ਜਾਣ ਦੀ ਖੁੱਲ੍ਹ ਸੀ ਤੇ ਬਹੁਤ ਸਾਰੇ ਹਿੰਦੁਸਤਾਨੀ, ਜਿਨ੍ਹਾਂ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਸੀ, ਦੇਸ਼ ਛੱਡ ਕੇ ਰੋਜੀ ਦੀ ਖਾਤਰ ਪ੍ਰਦੇਸ਼ ਚਲੇ ਗਏ ਸਨ। ਕੈਨੇਡਾ ਜਾ ਕੇ ਦੇਖਿਆ ਕਿ ਅੰਗਰੇਜ਼ ਹਿੰਦੁਸਤਾਨੀਆਂ ਨੂੰ ਆਪਣਾ ਗੁਲਾਮ ਤੇ ਨੀਵਾਂ ਸਮਝਦੇ ਹਨ। ਇਹਨਾਂ ਦਾ ਵਰਤਾਓ ਚੰਗਾ ਨਹੀਂ, ਸਹੂਲਤਾਂ ਦੇਣ ਲਈ ਤਿਆਰ ਨਹੀਂ। ਕੈਨੇਡਾ ਦੇ ਦੇਸ਼ ਵਾਸੀਆਂ ਵਿੱਚ ਦੇਸ਼ ਭਗਤੀ ਤੇ ਅਣਖ ਜਾਗੀ ਤੇ ਉਹਨਾਂ ਇਕੱਠੇ ਹੋ ਕੇ ਆਪਣੇ ਲਈ ਅਧਿਕਾਰ ਪ੍ਰਾਪਤ ਕਰਨ ਤੇ ਭਾਰਤ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕ ਲਿਆ। ਗਦਰ ਪਾਰਟੀ ਬਣ ਗਈ ਤੇ ਸਾਰੇ ਦੇਸ਼ ਭਗਤ ਉਸ ਝੰਡੇ ਹੇਠ ਇਕੱਠੇ ਹੋ ਗਏ। ਭਾਈ ਮੇਵਾ ਸਿੰਘ ਵੀ ਇਸ ਲਹਿਰ ਨਾਲ ਸੰਬੰਧਿਤ ਹੋ ਗਏ ਤੇ ਜਥਾ ਸ਼ਕਤ ਸੇਵਾ ਕਰਦੇ ਰਹੇ। ਜਦ ਕੈਨੇਡਾ ਵਿੱਚ ਭਾਰਤੀਆਂ ਦੇ ਦਾਖਲੇ ਤੇ ਪਾਬੰਦੀ ਲੱਗ ਗਈ ਤੇ ਫਿਰ ਕਾਮਾਗਾਟਾ ਮਾਰੂ ਜਹਾਜ਼ ਨੂੰ ਵੈਨਕੂਵਰ ਵਿੱਚ ਕੰਡੇ ਨਾ ਲੱਗਣ ਦਿੱਤਾ ਗਿਆ ਤਾਂ ਕੈਨੇਡਾ ਦੇ ਹਿੰਦੁਸਤਾਨੀਆਂ ਵਿੱਚ ਗਮ ਤੇ ਗੁੱਸੇ ਦੀ ਲਹਿਰ ਹੋਰ ਵੱਧ ਗਈ ਤੇ ਉਹਨਾਂ ਆਪਣਾ ਅੰਦੋਲਨ ਹੋਰ ਤੇਜ਼ ਕਰ ਦਿੱਤਾ। ਅੰਗਰੇਜ਼ਾਂ ਨੇ ਵੀ ਹਿੰਦੁਸਤਾਨੀਆਂ ਨੂੰ ਦਬਾਉਣ ਲਈ ਆਪਣੀ ਤਾਕਤ ਲਾਣੀ ਸ਼ੁਰੂ ਕਰ ਦਿੱਤੀ। ਕਿਉਂਕਿ ਕੈਨੇਡਾ ਵਿੱਚ ਬਹੁਤੇ ਭਾਰਤੀ ਪੰਜਾਬੀ ਹੀ ਸਨ, ਇਸ ਲਈ ਕੈਨੇਡਾ ਸਰਕਾਰ ਨੇ ਕੁਝ ਅਜਿਹੇ ਅਫਸਰ ਮੰਗਵਾ ਲਏ ਜੋ ਭਾਰਤ ਵਿੱਚ ਤੇ ਖਾਸ ਕਰਕੇ ਪੰਜਾਬ ਵਿੱਚ ਹੀ ਨੌਕਰੀ ਕਰ ਗਏ ਸਨ ਤਾਂ ਕਿ ਉਹ ਪੰਜਾਬੀਆਂ ਨੂੰ ਕਾਬੂ ਕਰਨ ਦਾ ਯਤਨ ਕਰਨ। ਇਹਨਾਂ ਅਫਸਰਾਂ ਵਿੱਚ ਇੱਕ ਬਦਨਾਮ ਪੁਲਸੀਆ ਹਾਪਕ ਨਸਨ ਵੀ ਸੀ ਜੋ ਇਸੇ ਕੰਮ ਲਈ ਲਿਆਂਦਾ ਗਿਆ ਸੀ। ਹਾਪਕ ਨਸਨ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਹਿੰਦੁਸਤਾਨੀਆਂ ਵਿੱਚ ਫੁੱਟ ਪਵਾਈ। ਕੁਝ ਖੁਦਗਰਜ਼, ਕਮਜ਼ੋਰ ਤੇ ਲਾਲਚੀ ਬੰਦਿਆਂ ਨੂੰ ਖਰੀਦ ਲਿਆ ਤੇ ਉਹਨਾਂ ਰਾਹੀਂ ਦੇਸ਼ ਭਗਤਾਂ ਦੇ ਹਰ ਕਦਮ ਦੀ ਵਿਰੋਧਤਾ ਕਰਵਾਈ ਗਈ। ਇੱਥੋਂ ਤੱਕ ਕਿ ਉਹਨਾਂ ਨੂੰ ਆਪਣੇ ਦੇਸ਼ ਭਗਤ ਦੇਸ਼ ਵਾਸੀਆਂ ਦੇ ਗਲੇ ਵੀ ਪਵਾਇਆ। ਇੱਕ ਆਦਮੀ ਬੇਲਾ ਸਿੰਘ ਤੋਂ ਭਾਈ ਭਾਗ ਸਿੰਘ ਭਿੱਖੀਵਿੰਡ, ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਤੇ ਸਰਦਾਰ ਬਤਨ ਸਿੰਘ ਨੂੰ ਕਤਲ ਕਰਵਾਇਆ। ਕਤਲ ਗੁਰਦੁਆਰੇ ਵਿੱਚ ਦੀਵਾਨ ਲੱਗੇ ਹੋਏ ਸਮੇਂ ਕੀਤੇ ਗਏ, ਪਰ ਅਦਾਲਤ ਨੇ ਇਹ ਕਹਿ ਕੇ ਦੋਸ਼ੀਆਂ ਨੂੰ ਛੱਡ ਦਿੱਤਾ ਕਿ ਇਹਨਾਂ ਨੇ ਸਵੈ ਰੱਖਿਆ ਲਈ ਗੋਲੀ ਚਲਾਈ ਸੀ। ਇਸ ਕਤਲ ਸਾਜ਼ਿਸ਼ ਵਿੱਚ ਤੇ ਹਿੰਦੁਸਤਾਨੀਆਂ ਵਿਰੁੱਧ ਹੋ ਰਹੀਆਂ ਕਾਰਵਾਈਆਂ ਵਿੱਚ ਮਿਸਟਰ ਹਾਪਕ ਨਸਨ ਦਾ ਬਹੁਤ ਹੱਥ ਸੀ। ਇਸ ਲਈ ਕੌਮੀ ਲਹਿਰ ਦੇ ਗੁੱਸੇ ਦਾ ਸਾਰਾ ਰੁੱਖ ਇਸੇ ਅਫਸਰ ਵੱਲ ਸੀ। ਇਹਨੂੰ ਖਤਮ ਕਰਨ ਲਈ ਕਈ ਦੇਸ਼ ਭਗਤ ਹਿੰਦੁਸਤਾਨੀ ਸੋਚਣ ਲੱਗ ਪਏ। ਭਾਈ ਮੇਵਾ ਸਿੰਘ ਲੋਪੋਕੇ ਜੋ ਇੱਕ ਗੁਰਮੁਖ ਪਰ ਉਪਕਾਰੀ, ਕੀਰਤੀ, ਦੇਸ਼ ਭਗਤ ਤੇ ਜੋਸ਼ੀਲੇ ਵਿਅਕਤੀ ਸਨ, ਉਹਨਾਂ ਨੇ ਇਹ ਕੰਮ ਆਪਣੇ ਜ਼ਿੰਮੇ ਲੈ ਲਿਆ। ਆਪਣੇ ਕੁਝ ਦੋਸਤਾਂ ਨਾਲ ਸਲਾਹ ਕੀਤੀ ਕਿ ਜੇਕਰ ਮੈਂ ਇਸ ਬਦਨਾਮ ਅਫਸਰ ਨੂੰ ਖਤਮ ਕਰ ਦਿਆਂ ਤਾਂ ਅੱਗੋਂ ਲਈ ਦੂਜੇ ਅਫਸਰਾਂ ਨੂੰ ਕੰਨ ਹੋ ਸਕਦੇ ਹਨ ਤੇ ਉਹ ਉਹਨਾਂ ਵੱਲ ਆਪਣਾ ਵਤੀਰਾ ਬਦਲਣਗੇ। ਇਸ ਲਈ ਸਾਡੇ ਅੰਦੋਲਨ ਵਿੱਚ ਇਹਨੂੰ ਰਾਹ ਤੋਂ ਹਟਾਉਣਾ ਜ਼ਰੂਰੀ ਹੈ। ਇਸ ਵਿਚਾਰ ਦੀ ਦੂਜੇ ਸਾਥੀਆਂ ਨੇ ਹਮਾਇਤ ਕੀਤੀ ਤੇ ਇਹਨੂੰ ਹਰ ਤਰ੍ਹਾਂ ਨਾਲ ਸਿਰੇ ਚੜ੍ਹਨ ਲਈ ਸਾਥ ਦੇਣ ਦਾ ਯਕੀਨ ਦਿਵਾਇਆ। 21 ਅਕਤੂਬਰ 1914 ਈਸਵੀ ਨੂੰ ਸਵੇਰੇ ਭਾਈ ਮੇਵਾ ਸਿੰਘ ਜੀ ਉੱਠੇ, ਇਸ਼ਨਾਨ ਕੀਤਾ ਤੇ ਨਿਤਨੇਮ ਕਰਕੇ ਅਰਦਾਸ ਕੀਤੀ। ਫਿਰ ਪਿਸਤੌਲ ਲੈ ਕੇ ਕਚਹਿਰੀ ਵਿੱਚ ਆ ਗਏ। ਉਸ ਦਿਨ ਹਾਪਕ ਨਸਨ ਨੇ ਕਿਸੇ ਮੁਕੱਦਮੇ ਦੇ ਸਿਲਸਿਲੇ ਵਿੱਚ ਕਚਹਿਰੀ ਵਿੱਚ ਜ਼ਰੂਰ ਆਉਣਾ ਸੀ। ਭਾਈ ਸਾਹਿਬ ਉਹਨੂੰ ਉਡੀਕਦੇ ਰਹੇ। ਸਵੇਰ ਦੇ 9:45 ਵਜੇ ਸਨ ਕਿ ਹਾਪਕ ਨਸਨ ਆ ਗਿਆ। ਉਹਨੂੰ ਖਾਬੋਂ ਖਿਆਲ ਵੀ ਨਹੀਂ ਸੀ ਕਿ ਅੱਜ ਉਹਦੇ ਨਾਲ ਭਾਣਾ ਵਰਤ ਜਾਣਾ ਹੈ। ਜਦ ਉਹ ਕਚਹਿਰੀਆਂ ਦੀ ਹੇਠਲੀ ਛੱਤ ਤੋਂ ਉੱਪਰ ਆ ਗਿਆ, ਜਿੱਥੇ ਕਿ ਬਰਾਂਡੇ ਵਿੱਚ ਭਾਈ ਮੇਵਾ ਸਿੰਘ ਟਹਿਲ ਰਹੇ ਸਨ, ਤਾਂ ਉਹਨਾਂ ਦੇਖਦੇ ਸਾਰ ਹੀ ਪਿਸਤੌਲ ਕੱਢ ਲਿਆ ਤੇ ਠਹਿਰੋ ਦੀ ਆਵਾਜ਼ ਦਿੱਤੀ। ਹਾਪਕ ਨਸਨ ਆਪਣੀ ਪਿਸਤੌਲ ਤੇ ਹੱਥ ਰੱਖਣ ਹੀ ਵਾਲਾ ਸੀ
ਕਿ ਭਾਈ ਮੇਵਾ ਸਿੰਘ ਨੇ ਉਸ ਨੂੰ ਗੋਲੀ ਮਾਰ ਦਿੱਤੀ। ਹਾਪਕ ਨਸਨ ਸਖਤ ਜ਼ਖਮੀ ਹੋ ਗਿਆ, ਪਰ ਉਹਨੇ ਦਿਲ ਨਾ ਛੱਡਿਆ ਤੇ ਦੌੜ ਕੇ ਭਾਈ ਮੇਵਾ ਸਿੰਘ ਦੇ ਲੱਤੀ ਪੈ ਗਿਆ। ਉਹ ਇਹਨਾਂ ਨੂੰ ਚੁੱਕ ਕੇ ਭੜਕਾ ਕੇ ਮਾਰਨਾ ਚਾਹੁੰਦਾ ਸੀ, ਪਰ ਮੇਵਾ ਸਿੰਘ ਨੇ ਪਿਸਤੌਲ ਨਾਲ ਉਹਦਾ ਸਿਰ ਪਾੜ ਦਿੱਤਾ ਤੇ ਉਹ ਡਿੱਗ ਪਿਆ। ਪਰ ਡਿੱਗਦੇ ਡਿੱਗਦੇ ਨੇ ਫਿਰ ਆਪਣਾ ਪਿਸਤੌਲ ਲੱਕ ਨਾਲੋਂ ਖੋਲ੍ਹਣ ਦਾ ਯਤਨ ਕੀਤਾ। ਇਹ ਦੇਖ ਕੇ ਭਾਈ ਮੇਵਾ ਸਿੰਘ ਨੇ ਹੋਰ 5 ਗੋਲੀਆਂ ਚਲਾ ਦਿੱਤੀਆਂ ਤੇ ਉਹਨੂੰ ਉੱਥੇ ਹੀ ਢੇਰੀ ਕਰ ਦਿੱਤਾ। ਪੁਲਿਸ ਮੌਕੇ ਤੇ ਪਹੁੰਚ ਗਈ ਤੇ ਉਹਨਾਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ। ਇੱਥੇ ਇਹ ਗੱਲ ਖਾਸ ਤੌਰ ਤੇ ਦੱਸਣ ਵਾਲੀ ਹੈ ਕਿ ਹਾਪਕ ਨਸਨ ਤੇ ਭਾਈ ਮੇਵਾ ਸਿੰਘ ਇੱਕ ਦੂਜੇ ਦੇ ਪੁਰਾਣੇ ਮਿੱਤਰ ਤੇ ਜਾਣੂ ਸਨ। ਭਾਰਤ ਵਿੱਚ ਵੀ ਉਹ ਮਿਲਦੇ ਰਹੇ ਸਨ ਤੇ ਕੈਨੇਡਾ ਵਿੱਚ ਵੀ ਉਹ ਇੱਕ ਦੂਜੇ ਨੂੰ ਕਦੇ-ਕਦੇ ਮਿਲਦੇ ਸਨ। ਮਿਸਟਰ ਹਾਪਕ ਨਸਨ ਨੇ ਯਤਨ ਕੀਤਾ ਕਿ ਭਾਈ ਮੇਵਾ ਸਿੰਘ ਉਸ ਦੇ ਜਾਲ ਵਿੱਚ ਫਸ ਜਾਣ, ਪਰ ਉਹਨੂੰ ਸਫਲਤਾ ਨਾ ਹੋਈ ਤੇ ਉਹਨੇ ਇਸ ਗੱਲ ਨੂੰ ਬੜਾ ਮਹਿਸੂਸ ਕੀਤਾ। ਭਾਈ ਮੇਵਾ ਸਿੰਘ ਬਹੁਤ ਸਰਗਰਮ ਦੇਸ਼ ਭਗਤ ਸਨ। ਜਦੋਂ ਕੈਨੇਡਾ ਵਿੱਚ ਗਦਰ ਪਾਰਟੀ ਲਈ ਹਥਿਆਰ ਤੇ ਅਸਲਾ ਇਕੱਠਾ ਕਰਨ ਦੀ ਮੁਹਿੰਮ ਚੱਲੀ ਤਾਂ ਆਪ ਉਸ ਵਿੱਚ ਸ਼ਾਮਲ ਸਨ ਤੇ ਇਹਨਾਂ ਨੇ ਉਚੇਚੇ ਜਾ ਕੇ ਇੱਕ ਬੰਦੂਕ ਤੇ 6 ਗੋਲੀਆਂ ਅਮਰੀਕਾ ਤੋਂ ਲਿਆਂਦੀਆਂ ਸਨ। ਰਾਹ ਵਿੱਚ ਫੜੇ ਗਏ ਸਨ, ਪਰ ਫਿਰ ਮੁਕੱਦਮੇ ਵਿੱਚੋਂ ਹੁਸ਼ਿਆਰੀ ਨਾਲ ਬਚ ਗਏ ਸਨ। ਹੁਣ ਹਾਪਕ ਨਸਨ ਦੇ ਕਤਲ ਦੇ ਸਿਲਸਿਲੇ ਵਿੱਚ ਜਦ ਗ੍ਰਿਫਤਾਰ ਕਰਕੇ ਹਵਾਲਾਤ ਵਿੱਚ ਬੰਦ ਕੀਤਾ ਗਿਆ ਤਾਂ ਆਪ ਬੜੀਆਂ ਚੜ੍ਹਦੀਆਂ ਕਲਾਂ ਵਿੱਚ ਸਨ। ਕੈਨੇਡਾ ਦੇ ਰੋਜ਼ਾਨਾ ਅਖਬਾਰ ਪ੍ਰੋਵਿੰਸ ਨੇ ਲਿਖਿਆ ਸੀ ਕਿ ਮੇਵਾ ਸਿੰਘ ਹਵਾਲਾਤ ਵਿੱਚ ਬੜੀਆਂ ਚੜ੍ਹਦੀਆਂ ਕਲਾਂ ਵਿੱਚ ਹੈ, ਭਜਨ ਬੰਦਗੀ ਕਰਦਾ ਤੇ ਗੀਤ ਗਾ ਰਿਹਾ ਹੈ। 2 ਦਿਨ ਪਿੱਛੋਂ 23 ਅਕਤੂਬਰ ਨੂੰ ਹੋਰ 4 ਆਦਮੀਆਂ ਸ਼੍ਰੀ ਹਸਨ ਰਹੀਮ, ਸਰਦਾਰ ਕਰਤਾਰ ਸਿੰਘ ਚੰਨ, ਸਰਦਾਰ ਬਲਵੰਤ ਸਿੰਘ ਖੁਰਦਪੁਰ ਤੇ ਸਰਦਾਰ ਮਿੱਤ ਸਿੰਘ ਪੰਡੋਰੀ ਨੂੰ ਮਿਸਟਰ ਹਾਪਕ ਨਸਨ ਦੇ ਕਤਲ ਦੀ ਸਾਜ਼ਿਸ਼ ਦੇ ਸੰਬੰਧ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਤੁਰੰਤ ਮੁਕੱਦਮਾ ਸ਼ੁਰੂ ਕਰ ਦਿੱਤਾ ਗਿਆ। ਸਰਕਾਰ ਨੇ ਫੈਸਲਾ ਕੀਤਾ ਕਿ ਮੁਕੱਦਮੇ ਦੀ ਸੁਣਵਾਈ ਹਫ਼ਤੇ ਵਿੱਚ ਮੁਕਾ ਕੇ ਸਜ਼ਾਵਾਂ ਦੇ ਦਿੱਤੀਆਂ ਜਾਣ ਤਾਂ ਕਿ ਅੱਗੋਂ ਦਹਿਸ਼ਤ ਫੈਲ ਜਾਏ। ਸ਼ਹੀਦ ਭਾਈ ਮੇਵਾ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਮੇਰੇ ਨਾਲ ਇਸ ਸਾਜ਼ਿਸ਼ ਵਿੱਚ ਹੋਰ ਕੋਈ ਵੀ ਸ਼ਾਮਲ ਨਹੀਂ, ਮੈਂ ਹੀ ਮਾਰਿਆ ਤੇ ਇਕੱਲੇ ਨੇ ਇਹ ਸਾਰਾ ਕੁਝ ਕੀਤਾ ਹੈ। ਭਾਈ ਮੇਵਾ ਸਿੰਘ ਨੇ ਗੱਜ ਕੇ ਅਦਾਲਤ ਵਿੱਚ ਆਖਿਆ ਕਿ ਭਾਰਤ ਦੀ ਆਜ਼ਾਦੀ ਦੇ ਦੁਸ਼ਮਣਾਂ ਦਾ ਇਹੋ ਹਾਲ ਹੋਣਾ ਚਾਹੀਦਾ ਹੈ ਜੋ ਦੇਸ਼ ਤੇ ਕੌਮ ਤੇ ਮੇਰੇ ਜੇ ਨਿਰਮਾਣ ਸੇਵਕ ਦੇ ਹੱਥੋਂ ਹੋਇਆ ਹੈ। ਮੈਨੂੰ ਮਾਣ ਹੈ ਕਿ ਮੈਂ ਸਾਮਰਾਜ ਦੇ ਇਸ ਜ਼ਹਿਰੀਲੇ ਸੱਪ ਨੂੰ ਮਾਰਿਆ ਹੈ। 30 ਅਕਤੂਬਰ 1914 ਨੂੰ ਅਦਾਲਤ ਨੇ ਭਾਈ ਮੇਵਾ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਤੇ ਬਾਕੀ ਸਾਰੇ ਬਰੀ ਕਰ ਦਿੱਤੇ। ਭਾਈ ਮੇਵਾ ਸਿੰਘ ਦਾ ਚਿਹਰਾ ਇਹ ਹੁਕਮ ਸੁਣ ਕੇ ਖਿੜ ਗਿਆ ਤੇ ਮੁਸਕਰਾ ਪਏ। ਅਖੀਰ ਇਸ ਫੈਸਲੇ ਅਨੁਸਾਰ 11 ਜਨਵਰੀ 1915 ਨੂੰ ਸਵੇਰੇ ਭਾਈ ਮੇਵਾ ਸਿੰਘ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।